ਮਿੰਟੂ ਜੀ, ਅੱਜ ਕਾਫੀ ਵੱਡਾ ਫੈਸਲਾ ਲਿਆ ਗਿਆ ਜਿਸ ਦੀ ਬੜੀ ਦੇਰ ਤੋਂ ਉਡੀਕ ਸੀ। ਮੋਰਚਾ ਵੀ ਚੱਲ ਰਿਹਾ ਸੀ ਜੀਰੇ ਦੇ ਵਿੱਚ, ਜਿਹੜੀ ਜੀਰੇ ਦੇ ਵਿੱਚ ਫੈਕਟਰੀ ਚੱਲਦੀ ਪਈ ਸੀ ਉਸ ਨੂੰ ਪੱਕਾ ਜਿੰਦਰਾ ਲਗਾ ਦਿੱਤਾ ਗਿਆ ਤੇ ਜਿਹੜਾ ਇੱਕ ਇਹ ਮੋਰਚਾ ਸੀ ਇਹਦੀ ਬਹੁਤ ਵੱਡੀ ਜਿੱਤ ਮੰਨੀ ਜਾ ਰਹੀ ਹੈ ਜੀ। ਇਹ ਬਸ ਕਹਿ ਸਕਦੇ ਜਿੰਦਰਾ ਜਗਾਲ ਖਾ ਗਿਆ, ਹੁਣ ਤਾਂ ਚਾਬੀ ਲੈ ਗਿਆ ਦਿਲਾਂ ਦਾ ਜਾਨੀ। ਚਾਬੀ ਜਿਹੜੀ ਆ ਉਹ ਮਾਨ ਸਾਹਿਬ ਆਪਣੇ ਕੋਲ ਲੈ ਗਏ, ਕਹਿੰਦੇ ਕਿ ਬੰਦ ਕਰੋ ਇਹ ਫੈਕਟਰੀ। ਅਚਾਨਕ ਹੀ ਜਿੱਦਾਂ ਕਹਿ ਲਓ ਕਿ ਅਣਕਿਆਸਿਆ ਜਿਹਾ ਮੂਵ ਸੀਗਾ ਗੌਰਮੈਂਟ ਦਾ। ਇਹਨਾਂ ਦੀ ਵੀਡੀਓ ਜਿਹੜੀ ਆ ਉਹ ਆਉਂਦੀ ਆ ਤੇ ਐਲਾਨ ਕਰਦੇ ਆ ਕਿ ਬਾਈ ਇਹ ਸਾਰਾ ਕੁਝ ਹੁਣ ਬੰਦ ਆ, ਨਹੀਂ ਹੋਣ ਦੇਵਾਂਗੇ, ਪੌਣ ਪਾਣੀ ਅਸੀਂ ਸੰਭਾਲਣਾ ਹੈ। ਪਰ ਲਾ ਕੇ ਗੱਲ ਕਹਿ ਰਹੇ ਆ, ਪਰ ਉਡਾਉਣ ਵਾਲੇ ਨਹੀਂ, ਪਰ ਬੱਟ ਮਤਲਬ ਕਿ ਹਾਲੇ ਤੱਕ ਦੇਰ ਸ਼ਾਮ ਫੈਕਟਰੀ ਦੇ ਜਿਹੜੇ ਵਕੀਲ ਸੀਗੇ ਪੁਨੀਤ ਬਾਲੀ ਜੀ, ਉਹਨਾਂ ਦਾ ਕਹਿਣਾ ਸੀਗਾ ਕਿ ਕੋਈ ਨੋਟਿਸ ਨਹੀਂ ਮਿਲਿਆ ਸਾਨੂੰ। ਮਤਲਬ ਕਿ ਦੁਪਹਿਰ ਨੂੰ ਇਹ ਵੀਡੀਓ ਆ ਗਈ, ਐਲਾਨ ਆ ਗਿਆ, ਪਰ ਹਾਲ ਦੀ ਘੜੀ ਉਹ ਫੈਕਟਰੀ ਜਿਹਨੂੰ ਬੰਦ ਕਰਵਾਉਣਾ ਹੈ ਉਹਨੂੰ ਕੋਈ ਨੋਟਿਸ ਨਹੀਂ ਆਇਆ ਸੀਗਾ ਉਸ ਮੁਤਾਲਕ। ਤਾਂ ਖੈਰ ਉਹ ਕਾਗਜ਼ੀ ਪੱਤਰੀ ਕਈ ਵਾਰ ਥੋੜੀ ਜਿਹੀ ਦੇਰ ਹੋ ਜਾਂਦੀ ਹੈ, ਮੈਂ ਦੇਰ ਕਰਤਾ ਨਹੀਂ ਦੇਰ ਹੋ ਜਾਂਦੀ ਹੈ। ਸੋ ਦੇਰ ਕਿੰਨੀ ਕੁ ਹੁੰਦੀ ਆ ਦੇਖਾਂਗੇ। ਪਰ ਹੁਣ ਮਸਲਾ ਇਹ ਆ ਕਿ ਇਹ ਫੈਕਟਰੀ ਜਿਹੜੀ ਹੈ ਉਹ ਕਾਨੂੰਨੀ ਚਾਰਾਜੋਈ ਕਰੇਗੀ ਕਿ ਨਹੀਂ ਕਰੇਗੀ, ਇੱਕ ਵੱਡਾ ਸਵਾਲ ਰਹੇਗਾ। ਕਿਉਂਕਿ ਉਹਨਾਂ ਦੇ ਕੋਲ ਆਪਸ਼ਨ ਨੇ, ਉਹ ਅਦਾਲਤ ਦੇ ਵਿੱਚ ਖੜ ਸਕਦੇ ਨੇ, ਕਿਉਂਕਿ ਅਦਾਲਤ ਦੇ ਵਿੱਚ ਪਹਿਲਾਂ ਹੀ ਮੁਕੱਦਮਾ ਹੈ। ਤੇ ਕੁਝ ਲੋਕ ਇਸ ਨੂੰ ਸ਼ੱਕ ਦੀ ਨਿਗਾਹ ਨਾਲ ਇਸੇ ਕਰਕੇ ਦੇਖ ਰਹੇ ਆ। ਅਕਾਲੀ ਦਲ ਨੇ ਤਾਂ ਮੂੰਹੋਂ ਕਹਿ ਦਿੱਤਾ, ਕਹਿੰਦੇ ਕਿ ਤੁਸੀਂ ਚਲਾਕ ਬਣ ਰਹੇ ਹੋ। ਚਲਾਕ ਏਦਾਂ ਬਣ ਰਹੇ ਹੋ ਕਿ ਹੁਣ ਜਾਣਗੇ ਉਹ ਕੋਰਟ ਦੇ ਵਿੱਚ, ਤੁਸੀਂ ਜਾ ਕੇ ਇਹ ਗੱਲ ਕਹਿ ਦਿਓਗੇ ਕਿ ਅਸੀਂ ਫੈਸਲਾ ਕੀਤਾ, ਉਹ ਲੜਾਈ ਕਾਨੂੰਨੀ ਰੂਪ ਦੇ ਵਿੱਚ ਚੱਲੇਗੀ। ਫਿਰ ਉਸ ਤੋਂ ਬਾਅਦ ਫੈਸਲਾ ਜੇ ਉਹਨਾਂ ਦੇ ਹੱਕ ਦੇ ਵਿੱਚ ਹੋ ਗਿਆ, ਤਦ ਤੱਕ ਤੁਸੀਂ ਜਲੰਧਰ ਵਾਲੀ ਜਿਮਨੀ ਚੋਣ ਲਗਾ ਲਓਗੇ ਤਾਂ ਤੁਸੀਂ ਕਹੋਗੇ ਕਿ ਭਾਈ ਅਸੀਂ ਤੇ ਕਰਤਾ ਸੀ, ਸਾਡੇ ਸਹਾਰੇ ਕੀ ਹੈ। ਸੋ ਇਸ ਤਰ੍ਹਾਂ ਦੀਆਂ ਵੀ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਹੋ ਰਹੀਆਂ ਨੇ। ਕੁਝ ਲੋਕ ਜ਼ਿਮਨੀ ਚੋਣ ਦੇ ਨਾਲ ਜੋੜ ਰਹੇ ਨੇ ਕਿ ਸਾਰਾ ਕੁਝ ਇਹਨਾਂ ਨੇ ਪਹਿਲਾਂ ਕਿਹਾ ਕਿ ਧਰਨਾ ਗੈਰ ਕਾਨੂੰਨੀ ਆ, ਉੱਥੇ ਲਾਠੀਆਂ ਵੀ ਵਰਾਈਆਂ ਗਈਆਂ, ਬਹੁਤ ਕੁਝ ਕੀਤਾ ਗਿਆ। ਇਹ ਜਿਹੜਾ ਅਚਾਨਕ ਫੈਸਲਾ ਆਇਆ, ਇਸ ਦੇ ਪਿੱਛੇ ਕਿਤੇ ਨਾ ਕਿਤੇ ਜੋ ਜਲੰਧਰ ਜ਼ਿਮਨੀ ਚੋਣ ਦੀ ਹੁਣ ਸੰਭਾਵਨਾ ਬਣੀ ਹੈ ਉਹਦਾ ਬਹੁਤ ਵੱਡਾ ਹੱਥ ਹੈ। ਤੇ ਨਾਲ ਲੋਕ ਕਹਿੰਦੇ ਕਿ ਫਿਰ ਜੇ ਉੱਥੇ ਮਸਲਾ ਹੱਲ ਹੋ ਗਿਆ ਫਿਰ ਤੇ ਲਤੀਫਪੁਰੇ ਵਾਲਾ ਵੀ ਹੋ ਜਾਣਾ ਚਾਹੀਦਾ, ਕਿਉਂਕਿ ਉੱਥੇ ਹੈ ਹੀ ਜਲੰਧਰ ਦੇ ਵਿੱਚ ਹੈ। ਬਿਲਕੁਲ, ਉੱਥੇ ਵੀ ਸੰਭਾਵਨਾ ਜਿਹੜੀ ਪ੍ਰਬਲ ਹੈ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਵੀ ਇਹ ਉੱਥੇ ਸੈਟਲਮੈਂਟ ਦੁਬਾਰਾ ਕਰਾ ਦੇਣ, ਕਿਉਂਕਿ ਘਰ ਤਾਂ ਤੋੜ ਦਿੱਤੇ ਆ। ਸੈਟਲਮੈਂਟ ਜੇ ਹੋਏਗੀ ਤਾਂ ਦੁਬਾਰਾ ਹੋਏਗੀ। ਤਾਂ ਖੈਰ ਇਹ ਸਾਰੀਆਂ ਗੱਲਾਂ ਇੱਕ ਪਾਸੇ ਆ, ਪਰ ਦੂਸਰੇ ਪਾਸੇ ਜਿਹੜਾ ਜੀਰਾ ਮੋਰਚਾ ਹੈ ਉਹ ਹਾਲੇ ਚੁੱਕਿਆ ਨਹੀਂ ਗਿਆ। ਧੰਨਵਾਦ ਉਹਨਾਂ ਨੇ ਵੀ ਕਰ ਦਿੱਤਾ, ਕਹਿੰਦੇ ਕਿ ਧੰਨਵਾਦ ਤੁਹਾਡਾ ਇਹ ਐਲਾਨ ਸੁਣਾਉਣ ਵਾਸਤੇ, ਪਰ ਹਾਲੇ ਮੋਰਚਾ ਚੁੱਕਿਆ ਨਹੀਂ ਗਿਆ। ਉਹਦਾ ਉਹੀ ਕਾਰਨ ਆ ਕਿਉਂਕਿ ਸਿਆਸਤ ਤੇ ਅੱਜ ਕੱਲ ਤੁਹਾਨੂੰ ਪਤਾ ਬੇਇਤਬਾਰੀ ਬਹੁਤ ਹੈ ਲੋਕਾਂ ਦੀ। ਜਦੋਂ ਤੱਕ ਗੱਲਾਂ ਪੱਕੀਆਂ ਨਹੀਂ ਹੋ ਜਾਂਦੀਆਂ, ਠੋਸ ਨਹੀਂ ਹੋ ਜਾਂਦੀਆਂ, ਫਿਰ ਉਦੋਂ ਤੱਕ ਮੋਰਚੇ ਜਿਹੜੇ ਧਰਨੇ ਜਿਹੜੇ ਆ ਚੁੱਕੇ ਨਹੀਂ ਜਾਂਦੇ। ਹਾਲ ਦੀ ਘੜੀ ਧਰਨਾ ਚੱਲ ਰਿਹਾ ਸੀਗਾ ਦੇਰ ਸ਼ਾਮ ਤੱਕ, ਹੁਣ ਦੇਖੋ ਕਦੋਂ ਇਹ ਸਾਰੀ ਸਹਿਮਤੀ ਬਣ ਕੇ ਧਰਨਾ ਚੁੱਕਿਆ ਜਾਂਦਾ, ਦੇਖਣ ਵਾਲੀ ਗੱਲ ਹੋਏਗੀ। ਪਰ ਵਾਕਿਆ ਜਿੱਤ ਲੜਦੇ ਲੋਕਾਂ ਦੀ, ਉਹ ਕਹਿੰਦੇ ਹੁੰਦੇ ਨਾ ਜੁਕਤੀ ਹੈ ਦੁਨੀਆ ਝੁਕਾਨੇ ਵਾਲਾ ਚਾਹੀਏ, ਤਾਂ ਐਸ ਮੋਰਚੇ ਨੇ ਵੀ ਸਾਬਤ ਕਰ ਦਿੱਤਾ। ਪਰ ਇਹਦੇ ਤੋਂ ਉੱਤੇ ਜਿਹੜੀ ਅੱਗੇ ਗੱਲ ਹੈ ਇਹ ਆ ਵਿਜੇ ਜੀ ਕਿ ਦੇਖੋ ਹੁਣ ਜਿਹੜੀ ਇੰਡਸਟਰੀ ਉਹ ਵੀ ਜ਼ਰੂਰੀ ਹੈ ਤੇ ਮਨੁੱਖ ਦੀ ਜਾਨ ਵੀ ਜਿਹੜੀ ਹੈ ਉਹ ਵੀ ਜ਼ਰੂਰੀ ਆ, ਸਾਡਾ ਪੌਣ ਪਾਣੀ ਵੀ ਜ਼ਰੂਰੀ ਆ। ਕਿ ਹੁਣ ਤਾਂ ਐਸਾ ਪੜਾਅ ਆ ਗਿਆ ਹੈ, ਐਸੇ ਸਟੇਜ ਤੇ ਪੰਜਾਬ ਆ ਗਿਆ ਹੈ ਕਿ ਜਿੱਥੇ ਹੁਣ ਚੇਤਨਤਾ ਜਿਹੜੀ ਵਾਤਾਵਰਣ ਪੱਖੀ ਉਹ ਬਹੁਤ ਜ਼ਿਆਦਾ ਪਸਰ ਰਹੀ ਹੈ ਜੀ। ਤਾਂ ਹੁਣ ਜਦੋਂ ਇਹ ਡਿਸੀਜਨ ਵੀ ਆ ਗਿਆ, ਮੋੜ ਵੀ ਆ ਗਿਆ ਕਹਾਣੀ ਦੇ ਵਿੱਚ, ਤਾਂ ਤੁਹਾਨੂੰ ਤੈਅ ਕਰ ਲੈਣਾ ਚਾਹੀਦਾ ਹੈ। ਕਿਉਂਕਿ ਇੱਕ ਪਾਸੇ ਤੁਸੀਂ ਇਨਵੈਸਟਰ ਬੁਲਾ ਰਹੇ ਹੋ, ਦੂਸਰੇ ਪਾਸੇ ਜੇ ਇਹ ਰੌਲੇ ਪੈਣਗੇ ਤਾਂ ਫਿਰ ਮਸਲਾ ਹੱਲ ਨਹੀਂ ਹੋਏਗਾ। ਹੁਣ ਤੁਹਾਡੇ ਕੋਲ ਮੌਕਾ ਹੈ, ਤੁਸੀਂ ਟੇਬਲ ਤੇ ਬੈਠ ਕੇ ਸਾਰੀਆਂ ਧਿਰਾਂ ਨੂੰ ਸ਼ਮੂਲੀਅਤ ਕਰਵਾ ਕੇ ਭਰੋਸੇ 'ਚ ਲੈ ਕੇ ਇੱਕ ਨੀਤੀ ਦੇ ਨਾਲ ਅੱਗੇ ਵਧੋ ਕਿ ਜਿਹਦੇ ਵਿੱਚ ਫੈਕਟਰੀਆਂ ਵੀ ਲੱਗਣ, ਫੈਕਟਰੀਆਂ ਚੱਲਣ ਵੀ, ਸਾਰਾ ਕੁਝ ਹੋਵੇ, ਪਰ ਮਨੁੱਖ ਦੀ ਜਿਹੜੀ ਕਹਿ ਲਓ ਕਿ ਮੁੱਢਲੀ ਜ਼ਰੂਰਤ ਹੈ ਜਾਂ ਉਹਦਾ ਜ਼ਿੰਦਗੀ ਜਿਉਣ ਦਾ ਜਿਹੜਾ ਸੰਵਿਧਾਨ ਦੇ ਵਿੱਚ ਅਧਿਕਾਰ ਹੈ ਉਹ ਵੀ ਸੁਰੱਖਿਅਤ ਰਹੇ। ਤਾਂ ਸਾਰੀਆਂ ਚੀਜ਼ਾਂ ਹੁਣ ਇਹਨਾਂ ਨੂੰ ਕਰ ਲੈਣੀਆਂ ਚਾਹੀਦੀਆਂ ਨੇ ਜੀ। ਮਿੰਟੂ ਜੀ, ਉਧਰ ਚੰਡੀਗੜ੍ਹ ਦੇ ਵਿੱਚ ਨਵੇਂ ਮੇਅਰ ਦੀ ਚੋਣ ਹੋਣੀ ਸੀ, ਵਿਦਿਨ ਦਾ ਜਿਹੜਾ ਕਾਉਂਸਲ ਮੈਂਬਰ ਨੇ ਉਹਨਾਂ ਨੇ ਨਵੇਂ ਮੇਅਰ ਨੂੰ ਚੁਣਨਾ ਸੀ। ਬੜਾ ਨਾਟਕੀ ਜਿਹਾ ਹਿਸਾਬ ਰਿਹਾ, ਇੱਕ ਵੋਟ ਦੇ ਫਰਕ ਨਾਲ ਬੀਜੇਪੀ ਦੇ ਉਮੀਦਵਾਰ ਬਾਜ਼ੀ ਮਾਰ ਗਏ ਨੇ ਤੇ ਬੀਜੇਪੀ ਦਾ ਮੇਅਰ ਹੀ ਬਣਿਆ ਰਹੇਗਾ ਚੰਡੀਗੜ੍ਹ ਦੇ ਵਿੱਚ। ਕੀ ਕੁਝ ਹੋਇਆ ਜੀ? ਤੇ ਕੁਝ ਕਹਿੰਦੇ ਕਾਂਗਰਸ ਵਾਲੇ ਤੇ ਅਕਾਲੀ ਦਲ ਵਾਲੇ ਜਿਹੜੇ ਸੀਗੇ ਉਹ ਐਬਸਟੇਨ ਵੀ ਕਰਕੇ ਵੋਟ ਨਹੀਂ ਪਾਈ ਉਹਨਾਂ ਨੇ। ਹਾਂਜੀ ਬਿਲਕੁਲ, ਜਿਵੇਂ ਅੱਜ ਕੱਲ੍ਹ UN ਦੇ ਵਿੱਚ ਇੰਡੀਆ ਕਰ ਜਾਂਦਾ ਨਾ ਰਸ਼ੀਆ ਯੂਕਰੇਨ ਵਾਲੇ ਮਸਲੇ 'ਚ, ਕਹਿੰਦੇ ਆਪਾਂ ਪਾਸੇ ਬੈਠੇ ਆ।
ਤੁਸੀਂ ਖੇਡੋ ਹੁਣ। ਤਾਂ ਇੱਥੇ ਵੀ ਅਕਾਲੀ ਜਾਂ ਕਾਂਗਰਸੀ ਜਿਹੜੇ ਸੀਗੇ, ਦੇਖੋ ਉਹ ਨਾ ਤਾਂ ਆਮ ਆਦਮੀ ਪਾਰਟੀ ਨਾਲ ਜਾ ਸਕਦੇ ਨੇ, ਨਾ ਉਹ ਜਾ ਸਕਦੇ ਨੇ ਭਾਜਪਾ ਦੇ ਨਾਲ, ਕਿਉਂਕਿ ਦੋਨੇ ਹੀ ਧੜੇ ਉੱਭਰਵੇਂ ਧੜੇ ਸੀਗੇ। ਪਿਛਲੇ ਇਲੈਕਸ਼ਨ ਦੇ ਵਿੱਚ ਜਦੋਂ ਮੇਅਰ ਦਾ ਪਿਛਲਾ ਇਲੈਕਸ਼ਨ ਹੋਇਆ ਉਦੋਂ ਵੀ ਬਹੁਤ ਵੱਡੀ ਟੱਕਰ ਸੀਗੀ ਜੀ। ਪਰ ਉਹਦੇ ਚ ਕੀ ਹੈ, ਭਾਰਤੀ ਜਨਤਾ ਪਾਰਟੀ ਕੋਲ ਤੁਹਾਨੂੰ ਪਤਾ ਇਸ ਮਾਮਲੇ ਚ PhD ਹੈ, ਉਹਨਾਂ ਨੇ ਪੂਰੀ ਖੋਜ ਕੀਤੀ ਹੋਈ ਹੈ ਕਿ ਕਿਵੇਂ ਬੰਦਾ ਵੱਟਣਾ। ਇੱਕ ਕਾਂਗਰਸੀ ਲੈ ਗਏ ਸੀ ਉਹ, ਇੱਕ ਕਾਂਗਰਸੀ ਪੁੱਟ ਕੇ ਲੈ ਗਏ ਸੀਗੇ ਉਹ, ਜਿਵੇਂ ਹੰਸਰਾਜ ਕਹਿੰਦਾ ਨਾ ਖੇੜਿਆਂ ਨੂੰ ਲਈ ਜਾਂਦੇ, ਕੋਈ ਪੁੱਟ ਕੇ ਸਿਆਲ ਨੂੰ ਬੂਟਾ, ਤੇ ਬਸ ਖੇੜਿਆਂ ਨੂੰ ਲੈ ਗਏ ਉਹ ਚੱਕ ਕੇ। ਤਾਂ ਉਹਦੇ ਨਾਲ ਕੀ ਹੈ ਕਿ ਜਿਹੜਾ ਉਹਨਾਂ ਦਾ ਉਦੋਂ ਸੀਟਾਂ ਦਾ ਡਿਫਰੈਂਸ ਸੀਗਾ 12 ਦਾ, ਉਹ ਬਰੋਬਰ ਹੋ ਗਿਆ ਸੀਗਾ। ਕਿਉਂਕਿ ਇੱਕ ਕਿਰਨ ਖੇਰ ਜੀ ਜਿਹੜੇ ਆ ਉਹ ਵੀ ਤਾਂ ਨੋਮੀਨੇਟ ਨੇ ਨਾ, ਉਹ ਵੀ ਅਧਿਕਾਰ ਰੱਖਦੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ। ਸੋ ਇਸ ਕਰਕੇ 36 ਕੁੱਲ ਬਣਦੇ ਸੀਗੇ। ਕਾਂਗਰਸ ਦਾ ਇੱਕ ਇਧਰੋਂ ਆ ਗਿਆ, ਇੱਕ ਉਧਰ ਸੀਗਾ, ਬਰਾਬਰ ਹੋ ਗਿਆ। ਪਰ ਬਰਾਬਰ ਦੀ ਟੱਕਰ ਦੇ ਵਿੱਚ ਇੱਕ ਬੜਾ ਨਾਟਕੀ ਘਟਨਾਕ੍ਰਮ ਇਹ ਵਾਪਰਿਆ ਸੀਗਾ ਕਿ ਇੱਕ ਬੈਲਟ ਪੇਪਰ ਫਟਿਆ ਨਿਕਲਿਆ। ਹਾਲਾਂਕਿ ਕੁਝ ਜਿਹੜੇ ਨਗੋਚੀ ਬੰਦੇ ਹੁੰਦੇ ਆ, ਨਗੋਚਾ ਕੱਢਣ ਵਾਲੇ, ਉਹ ਕਹਿੰਦੇ ਕਿ ਕ੍ਰਾਸ ਵੋਟਿੰਗ ਹੀ ਸੀਗੀ। ਇਹ ਵੀ ਇੱਕ ਢੰਗ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਕਿਸੇ ਨੇ ਕ੍ਰਾਸ ਵੋਟ ਕਰ ਦਿੱਤਾ। ਕ੍ਰਾਸ ਵੋਟ ਦਾ ਮਤਲਬ ਕਿ ਭਾਜਪਾ ਨੂੰ ਜਿਤਾਉਣ ਵਾਸਤੇ, ਪਰ ਉਹਦੇ ਚ ਕੀ ਹੈ ਕਿ ਡਾਇਰੈਕਟ ਨਹੀਂ ਕੀਤਾ ਜਾਂਦਾ, ਕਈ ਵਾਰ ਆਪਣਾ ਵੋਟ ਖਰਾਬ ਕਰ ਦਿੱਤਾ ਜਾਂਦਾ ਹੈ। ਐਤਕੀ ਵੀ ਇਹਨਾਂ ਨੂੰ ਇਮਕਾਨ ਸੀਗਾ, ਐਤਕੀ ਵੀ ਇਹਨਾਂ ਨੂੰ ਸੰਭਾਵਨਾ ਸੀ ਕਿ ਸਾਡਾ ਕੋਈ ਬੰਦਾ ਸਾਡੇ ਹੱਥੋਂ ਨਿਕਲ ਨਾ ਜਾਵੇ। ਸੋ ਲਿਹਾਜ਼ਾ ਇਹਨਾਂ ਨੇ ਕੀ ਕੀਤਾ ਸੀਗਾ, ਹਿਸਾਬ ਲਾ ਲਓ ਚੰਡੀਗੜ੍ਹ ਤੋਂ ਰੋਪੜ ਲਿਆ ਕੇ ਕਾਉਂਸਲਰ ਆਪਣੇ ਬਿਠਾ ਦਿੱਤੇ ਸਨ ਤੇ ਕਹਿੰਦੇ ਕਿ ਥੋੜੀਆਂ ਠੰਡੀਆਂ ਹਵਾਵਾਂ ਦਾ ਨਜ਼ਾਰਾ ਲਓ, ਕੋਈ ਗੱਲ ਨਹੀਂ ਆਪਾਂ ਚੰਡੀਗੜ੍ਹ ਮੁੜਾਂਗੇ। ਇਸ ਤੋਂ ਇਲਾਵਾ ਕਾਂਗਰਸੀ ਵੀ ਜਿਹੜੇ ਸੀਗੇ ਉਹਨਾਂ ਨੇ ਵੀ ਆਪਣੇ ਬੰਦੇ ਪਰਾਂ ਪਹਾੜਾਂ ਨੂੰ ਚਾੜ ਦਿੱਤੇ, ਹਿਮਾਚਲ ਨੂੰ, ਕਿ ਸਾਡਾ ਕੋਈ ਬੰਦਾ ਟੁੱਟ ਨਾ ਜਾਵੇ। ਇੱਕ ਤੇ ਖਤਰਾ ਬੜਾ ਆ ਨਾ, ਜਿਵੇਂ ਜਵਾਕ ਚੁੱਕਣ ਵਾਲਿਆਂ ਦਾ ਡਰ ਹੁੰਦਾ ਸੀ ਪੁਰਾਣੇ ਸਮਿਆਂ 'ਚ ਪਿੰਡਾਂ 'ਚ, ਤੇ ਉਦਾਂ ਇਹਨਾਂ ਦਾ ਵੀ ਡਰ ਹੁੰਦਾ ਕਿ ਸਾਡਾ ਕੋਈ ਬੰਦਾ ਨਾ ਚੁੱਕ ਕੇ ਲੈ ਜਾਣ। ਕਿਉਂਕਿ ਇਹ ਦੇਖੋ ਗੱਲ ਇਹ ਆ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਦਲ ਬਦਲੀ ਹੁੰਦੀ ਹੈ ਉਹਦੇ ਤੇ ਵਿਜੇ ਜੀ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ। ਇਹ ਇੰਟਰਸਟਿੰਗ ਫੈਕਟ ਹੈ। ਅੱਛਾ ਜੀ। ਇਹਦੇ 'ਚ ਦਲ ਬਦਲੀ ਨਾ, ਇਹਦੇ 'ਚ ਦਲ ਬਦਲੀ ਸਥਾਨਕ ਸਰਕਾਰਾਂ 'ਚ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ। ਤਦੀ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਹੈਗਾ, ਤਾਂ ਹੀ ਤਾਂ ਤੁਹਾਨੂੰ ਮਿਸਾਲ ਦਿੱਤੀ ਹੈ ਕਿ ਕਾਂਗਰਸ ਦਾ ਇੱਕ ਇੱਧਰ ਆ ਗਿਆ ਸੀਗਾ। ਤਾਂ ਐਤਕੀ ਵੀ ਟੱਕਰ ਜਿਹੜੀ ਸੀ ਉਹ 14-14 ਦੀ ਸੀ। ਕਿਉਂਕਿ ਕਾਂਗਰਸੀ ਆਏ ਨਹੀਂ। ਫਿਰ ਦੂਸਰੇ ਪਾਸੇ ਜਿਹੜੇ ਸੀਗੇ ਅਕਾਲੀ, ਇੱਕੋ ਹੀ 1.25 ਲੱਖ ਆ ਉਹਨਾਂ ਦਾ ਕਾਉਂਸਲਰ, ਉਹ ਵੀ ਨਹੀਂ ਆਇਆ ਤੇ ਰਹਿ ਗਏ ਫਿਰ ਮੈਦਾਨ ਦੇ ਵਿੱਚ ਅਈਓ ਕਿਹੜੇ। ਫਿਰ ਇੱਕ ਪਾਸੇ ਮਤਲਬ ਕਿ 14 ਤੇ ਦੂਸਰੇ ਪਾਸੇ ਵੀ 14, 28, 7 ਜਿਹੜੇ ਆ ਉਹ ਜਿਵੇਂ ਤੁਸੀਂ ਕਿਹਾ ਐਬਸਟੇਨ, ਤਾਂ ਕਿੰਨੇ ਹੋ ਗਏ 28 + 7 35 ਦੀ ਕੰਪੋਜੀਸ਼ਨ ਹੈ। ਤਾਂ ਫਿਰ ਇੱਕ ਰਹਿ ਗਿਆ, ਉਹ ਸੀ ਫਿਰ ਵੋਟ ਜਿਹੜਾ ਕਿਰਨ ਖੇਰ ਦਾ, ਤੇ ਉਹਨਾਂ ਨੇ ਵੋਟ ਵਧਾ ਲਿਆ ਜੀ। ਸੋ ਇਹ ਸੀਗਾ ਸਾਰਾ ਸਮੀਕਰਨ। ਇਹ ਸਾਰਾ ਸਮੀਕਰਨ ਜਿਹੜਾ ਸੀ ਉਹ ਭਾਜਪਾ ਦੇ ਹੱਕ ਦੇ ਵਿੱਚ ਬੈਠਿਆ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਰੌਲਾ ਰੱਪਾ ਥੋੜਾ ਬਹੁਤਾ ਜ਼ਰੂਰ ਪਿਆ, ਪਰ ਬਹੁਤਾ ਜ਼ਿਆਦਾ ਪਿਆ ਨਹੀਂ, ਕਿਉਂਕਿ ਤਕਰੀਬਨ ਸਾਰਾ ਕੁਝ ਤੈਅ ਸੀ। ਬਸ ਇੱਕੋ ਅਣਕਿਆਸੇ ਵਰਤਾਰੇ ਦੀ ਕਿਤੇ ਨਾ ਕਿਤੇ ਸੰਭਾਵਨਾ ਸੀ ਕਿ ਸ਼ਾਇਦ ਭਾਜਪਾ ਚੋਂ ਐਤਕੀ ਕ੍ਰਾਸ ਵੋਟਿੰਗ ਹੋ ਜਾਵੇ, ਪਰ ਤੁਹਾਨੂੰ ਪਤਾ ਉਹਦਾ ਖਿਡਾਰੀ ਠਹਿਰੇ ਨਾ ਕੰਮਾਂ 'ਚ ਖਿਡਾਰੀ, ਉਹਨਾਂ ਨੇ ਅਜਿਹਾ ਨਹੀਂ ਹੋਣ ਦਿੱਤਾ ਜੀ। ਤੇ ਮਿੰਟੂ ਜੀ ਇਹ ਦੱਸਿਓ, ਇਹ ਸੋਸ਼ਲ ਮੀਡੀਆ ਤੇ ਕਾਫੀ ਇਹ ਗੱਲ ਡਿਸਕਸ਼ਨ ਦੇ ਵਿੱਚ ਚੱਲੀ ਹੋਈ ਆ ਤੇ ਬੜੀ ਗੱਲ ਵੀ ਆਪਣੇ ਆਪ ਦੇ ਵਿੱਚ ਅਜੀਬ ਲੱਗਦੀ ਹੈ। ਦੇਖੋ ਸਾਨੂੰ ਪਤਾ ਕਿ ਸਿੰਧੀ ਪਰਿਵਾਰ ਉਹ ਬਹੁਤ ਅਦਬ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਮੰਨਦੇ ਨੇ। ਸਿੰਧੀ ਪਰਿਵਾਰਾਂ ਦੇ ਵਿੱਚ ਬੜੀ ਮਾਨਤਾ, ਬਹੁਤ ਸਾਰੇ ਸਿੰਧੀ ਪਰਿਵਾਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਆ। ਹੁਣ ਜਿਹੜੇ ਸਿੰਧੀ ਪਰਿਵਾਰਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਪਾਵਨ ਸਰੂਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਚੁੱਕੇ ਗਏ। ਇਹ ਸਾਰੇ ਦੇ ਸਾਰੀ ਕੀ ਘਟਨਾ ਵਾਪਰੀ, ਇਹਦੇ ਬਾਰੇ ਦੱਸਿਓ ਜੀ, ਤੇ ਹੁਣ ਕੀ ਰਿਐਕਸ਼ਨ ਆ ਰਿਹਾ ਉਹ ਵੀ ਦੱਸਿਓ। ਹਾਂਜੀ ਦੇਖੋ, ਇਹਦੇ ਵਿੱਚ ਇਹ ਹੋਇਆ ਸੀਗਾ, ਇੰਦੌਰ ਦੇ ਵਿੱਚ ਬਹੁਤ ਸਾਰਾ ਸਿੰਧੀ ਭਾਈਚਾਰਾ ਰਹਿੰਦਾ ਹੈ। ਤਾਂ ਉਹਦੇ 'ਚ ਇਹਨਾਂ ਨੇ ਕੀ ਕੀਤਾ ਕਿ ਪਹਿਲਾਂ ਤਾਂ ਇਹ ਇਲਜ਼ਾਮ ਲਾਏ, ਕੁਝ ਜਥੇਬੰਦੀਆਂ ਦੇ ਕਾਰਕੁਨ ਸੀਗੇ। ਹੁਣ ਸਤਕਾਰ ਕਮੇਟੀ ਦਾ ਜ਼ਿਕਰ ਆ ਰਿਹਾ, ਪਰ ਦੱਸਿਆ ਜਾ ਰਿਹਾ ਕਿ ਉਹ ਲੋਕਲ ਕੁਝ ਜਥੇਬੰਦੀਆਂ ਸੀਗੀਆਂ। ਹੁਣ ਕਨਫਰਮ ਨਹੀਂ ਹੋ ਰਿਹਾ, ਵੈਸੇ ਇਹਦੇ ਬਾਰੇ ਕਿਤੇ ਨਾ ਕਿਤੇ ਦੁਚਿੱਤੀ ਜਾਂ ਦੁਵਿਧਾ ਬਣੀ ਹੋਈ ਹੈ ਕਿ ਕੌਣ ਹੋ ਸਕਦਾ ਆ। ਤਾਂ ਖੈਰ ਇਹਨਾਂ ਨੇ ਉੱਥੇ ਕੀ ਕੀਤਾ ਕਿ ਪਹਿਲਾਂ ਇਲਜ਼ਾਮ ਲਾਏ ਕਿ ਦੇਖੋ ਰਹਿਤ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਜਾਂਦਾ। ਫਿਰ ਉਸ ਤੋਂ ਬਾਅਦ ਟੇਬਲ ਤੇ ਵੀ ਆਈ ਗੱਲਬਾਤ ਹੋਈ। ਟੇਬਲ ਤੇ ਗੱਲਬਾਤ ਜਦੋਂ ਹੋਈ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਉਹਨਾਂ ਨੇ ਆਖਿਆ ਕਿ ਅਸੀਂ ਕਿਸੇ ਟਕਰਾਅ 'ਚ ਨਹੀਂ ਪੈਣਾ, ਸਾਡੀ ਮਾਨਤਾ ਜ਼ਰੂਰ ਆ। ਹਾਲਾਂਕਿ ਬੜਾ ਇੱਕ ਭਾਵੁਕ ਦ੍ਰਿਸ਼ ਸੀਗਾ ਜਦੋਂ ਉਹਨਾਂ ਦੇ ਘਰਾਂ ਦੇ ਵਿੱਚੋਂ ਪਾਵਨ ਸਰੂਪ ਖੜੇ ਗਏ, ਅੱਖਾਂ ਦੇ ਵਿੱਚੋਂ ਹੰਝ ਡੁੱਲ ਰਿਹਾ ਸੀਗਾ, ਨੀਰ ਡੁੱਲ ਰਿਹਾ ਸੀਗਾ।
ਮਤਲਬ ਕਿ ਉਹ ਫਿਰ ਸਾਰਾ ਕੁਝ ਜਿਹੜਾ ਜਦੋਂ ਸੋਸ਼ਲ ਮੀਡੀਆ ਤੇ ਆਇਆ ਤਾਂ ਵਾਕਿਆ ਬਹੁਤ ਵੱਡੀ ਆਲੋਚਨਾ ਵੀ ਹੋਣੀ ਸ਼ੁਰੂ ਹੋ ਗਈ ਜੀ। ਆਲੋਚਨਾ ਇੱਥੋਂ ਤੱਕ ਹੋਈ ਕਿ ਜਿਹੜੇ ਬਹੁਤ ਸਿੱਖ ਬੁੱਧੀਜੀਵੀ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਕਿਤੇ ਨਾ ਕਿਤੇ ਭਾਵੁਕ ਹੋ ਕੇ ਵੀ ਤੇ ਬਹੁਤ ਵੱਡੀਆਂ ਇਤਿਹਾਸਕ ਮਿਸਾਲਾਂ ਦੇ ਕੇ ਵੀ ਆਲੋਚਨਾ ਕਰ ਰਹੇ ਸਨ। ਉੱਥੇ ਕੇਂਦਰੀ ਸਿੰਘ ਸਭਾ ਵੀ ਇਹਦੇ ਵਿਰੋਧ ਦੇ ਵਿੱਚ ਨਿੱਤਰ ਆਈ। ਤਾਂ ਖੈਰ ਜਦੋਂ ਮਾਮਲਾ ਬਹੁਤ ਜ਼ਿਆਦਾ ਆਲੋਚਨਾਤਮਕ ਹੋ ਗਿਆ, ਮਾਮਲਾ ਬਹੁਤ ਜ਼ਿਆਦਾ ਕਸੂਤਾ ਹੋ ਗਿਆ, ਹੁਣ ਕਮੇਟੀ ਦਾ ਵੀ ਇਸ ਮਾਮਲੇ ਦੇ ਵਿੱਚ ਪੱਖ ਆਇਆ। ਤਾਂ ਜਿਹੜੇ ਹੈਗੇ ਨੇ ਗੁਰਚਰਨ ਸਿੰਘ ਜੀ ਗਰੇਵਾਲ, ਉਹਨਾਂ ਨੇ ਸਾਫ਼ ਕੀਤਾ, ਉਹ ਕਹਿੰਦੇ ਕਿ ਸਿੰਧੀ ਭਾਈਚਾਰਾ ਸਿੱਖ ਪੰਥ ਦਾ ਅਹਿਮ ਅੰਗ ਹੈ। ਤੇ ਕੁਝ ਜਥੇਬੰਦੀਆਂ ਵੱਲੋਂ ਬੀਤੇ ਦਿਨ ਇੰਦੌਰ ਦੇ ਵਿੱਚ ਸਿੰਧੀ ਸਿੱਖ ਪਰਿਵਾਰਾਂ ਦੇ ਘਰਾਂ 'ਚ ਸਿੰਧੀ ਸਮਾਜ ਨਾਲ ਸੰਬੰਧਿਤ ਗੁਰੂ ਘਰਾਂ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕਣੇ ਜਿਹੜੇ ਆ ਉਹ ਹਰਗਜ਼ ਠੀਕ ਨਹੀਂ ਸੀ ਜੀ। ਇਹ ਇਹਨਾਂ ਨੇ ਕਿਹਾ ਕਿ ਜੋ ਇਹਨਾਂ ਨੇ ਕੀਤਾ, ਮਤਲਬ ਕਿ ਜੋ ਉਹ ਜਥੇਬੰਦੀਆਂ ਦੇ ਕਾਰਕੁਨ ਉੱਥੇ ਕਰ ਰਹੇ ਸਨ, ਉਹਨੂੰ ਐਸਜੀਪੀਸੀ ਦਾ ਮੰਨਣਾ ਹੈ ਕਿ ਠੀਕ ਕਰਾਰ ਨਹੀਂ ਦਿੱਤਾ ਜਾ ਸਕਦਾ। ਤੇ ਜੇ ਠੀਕ ਕਰਾਰ ਨਹੀਂ ਦਿੱਤਾ ਜਾ ਸਕਦਾ, ਤੁਸੀਂ ਕਹਿ ਰਹੇ ਹੋ ਕਿ ਹਰਗਜ਼ ਠੀਕ ਨਹੀਂ ਸੀਗਾ, ਤਾਂ ਫਿਰ ਤੁਸੀਂ ਉਹਨਾਂ ਤੇ ਕਾਰਵਾਈ ਕੀ ਕਰੋਗੇ? ਕੌਣ ਆ? ਕਿਉਂਕਿ ਇਹਨਾਂ ਨੇ ਅੱਜ ਆਪਣੇ ਜਿਹੜਾ ਹੈਗਾ ਪ੍ਰੈਸ ਨੋਟ, ਉਹਦੇ ਵਿੱਚ ਵੀ ਸਪਸ਼ਟ ਕੀਤਾ ਹੈ ਵਿਜੇ ਜੀ ਕਿ ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਕਮੇਟੀ ਨੂੰ ਕੋਈ ਮਾਨਤਾ ਨਹੀਂ ਦਿੰਦੇ। ਮਤਲਬ ਉਹ ਕਹਿੰਦੇ ਕਿ ਮਰਿਆਦਾ ਠੀਕ ਹੈ, ਆਪਣੀ ਥਾਂ ਤੇ ਮਰਿਆਦਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਪਰ ਸਿੰਧੀ ਭਾਈਚਾਰੇ ਦੀ ਇੱਕ ਅਟੁੱਟ ਆਸਥਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਗੁਰੂ ਨਾਨਕ ਜੀ ਦੇ ਵਿੱਚ, ਤਾਂ ਉਹਨੂੰ ਵੀ ਕਿਤੇ ਨਾ ਕਿਤੇ ਬਲੂੰਦਰਨ ਦਾ ਯਤਨ ਨਹੀਂ ਹੋਣਾ ਚਾਹੀਦਾ ਜੀ। ਇਸ ਕਰਕੇ ਇਹਨਾਂ ਨੇ ਆਪ ਹੀ ਆਪਣੇ ਜੋ ਇਹਨਾਂ ਦੇ ਪ੍ਰੈਸ ਰਿਲੀਜ਼ ਨੇ ਉਹਨਾਂ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਇਹੋ ਜਿਹੀਆਂ ਜਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਤੋਂ ਕੋਈ ਮਾਨਤਾ ਨਹੀਂ ਹੈ। ਇਹ ਆਪ ਹੁਦਰੀਆਂ ਗੱਲਾਂ ਫਿਰ ਹੋ ਗਈਆਂ। ਜੇ ਆਪ ਹੁਦਰੀਆਂ ਕੀਤੀਆਂ ਜਾ ਰਹੀਆਂ ਨੇ ਕਿਸੇ ਪਾਸੇ, ਤੁਸੀਂ ਕਹਿ ਰਹੇ ਹੋ ਹਰਗਜ਼ ਠੀਕ ਨਹੀਂ ਸੀ, ਜਥੇਬੰਦੀ ਕੋਈ ਮਾਨਤਾ ਪ੍ਰਾਪਤ ਨਹੀਂ ਸੀਗੀ, ਤਾਂ ਫਿਰ ਤੁਸੀਂ ਉਹਦੇ ਤੇ ਕਾਰਵਾਈ ਕੀ ਕਰੋਗੇ? ਕਿਉਂਕਿ ਮਸਲਾ ਜਿਹੜਾ ਇੱਥੋਂ ਤੱਕ ਹੋ ਗਿਆ ਵਿਜੇ ਜੀ ਕਿ ਜਿਹੜੇ ਕੁਝ ਸੰਘ ਪੱਖੀ ਲੋਕ ਆ ਜਾਂ ਕਹਿ ਲਓ ਕਿ ਸਨਾਤਨ ਧਰਮ ਦੇ ਪੈਰੋਕਾਰ ਨੇ, ਉਹਨਾਂ ਨੇ ਇਹ ਕਾਲ ਕਰ ਦਿੱਤੀ ਕਿ ਸਿੰਧੀ ਪਰਿਵਾਰ ਜਿਹੜੇ ਉਹ ਸਨਾਤਨ ਵੱਲ ਵਾਪਸ ਆ ਜਾਣ। ਇਹ ਸਵਾਲ ਉੱਠ ਰਿਹਾ ਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੀ ਗਿਣਤੀ ਘਟ ਰਹੀ ਆ, ਸਿੱਖ ਘੱਟ ਹੋ ਜਾਣਗੇ ਵਗੈਰਾ ਵਗੈਰਾ ਜਿਹੜੀਆਂ ਦਲੀਲਾਂ ਪੇਸ਼ ਕਰ ਰਹੇ ਹੋ, ਤਾਂ ਦੂਸਰੇ ਪਾਸੇ ਜਿਨ੍ਹਾਂ ਦਾ ਵਿਸ਼ਵਾਸ ਹੈ, ਜਿਨ੍ਹਾਂ ਦੀ ਆਸਥਾ ਹੈ, ਤਾਂ ਤੁਸੀਂ ਉਹਨਾਂ ਦੀ ਵੀ ਥੋੜੀ ਬਹੁਤੀ ਕਦਰਦਾਨੀ ਕਰੋ ਬਾਈ। ਸੋ ਇਸ ਕਰਕੇ ਮਾਮਲਾ ਕਾਫੀ ਸੈਂਸਿਟਿਵ ਹੋ ਗਿਆ। ਜਦੋਂ ਕਾਫੀ ਆਲੋਚਨਾ ਹੋਈ ਤਾਂ ਉਸ ਤੋਂ ਬਾਅਦ ਹੁਣ ਕਮੇਟੀ ਨੇ ਸਾਫ਼ ਕੀਤਾ ਕਿ ਦੇਖੋ, ਇੱਕ ਤੇ ਇਹ ਆ ਕਿ ਇਹ ਚੀਜ਼ ਠੀਕ ਨਹੀਂ ਸੀ, ਤੇ ਦੂਸਰਾ ਕਿ ਅਸੀਂ ਹੁਣ ਉੱਥੇ ਕਮੇਟੀ ਆਪਣੀ ਭੇਜੀ ਹੋਈ ਹੈ। ਪਰ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਹੋਰ ਗੱਲ ਜਿਹੜੀ ਹੈ ਉਹ ਦੱਸਣੀ ਚਾਹਾਂਗਾ, ਉਹ ਇਹ ਆ ਕਿ ਜਿੰਨੀ ਕੁ ਮੈਂ ਜਾਣਕਾਰੀ ਹਾਸਲ ਕੀਤੀ ਹੈ ਕਿ ਇਹਨਾਂ ਦੇ ਵਿੱਚੋਂ ਜਿਹੜੇ ਪਾਵਨ ਸਰੂਪ ਉੱਥੋਂ ਲਿਆਂਦੇ ਗਏ ਨੇ, ਇਹਨਾਂ ਦੇ ਵਿੱਚ ਦੱਸਦੇ ਆ ਕਿ 75 ਬਿਰਧ ਹਨ। ਇੱਕ ਸਰੂਪ 1876 ਵੇਲੇ ਦਾ ਹੈ। ਉਹ ਅੱਛਾ ਜੀ। ਤੇ ਨਾਲ ਇਸ ਤੋਂ ਇਲਾਵਾ ਕੁਝ ਹੋਰ ਭਾਸ਼ਾਵਾਂ ਦੇ ਵਿੱਚ ਵੀ ਅਨੁਵਾਦ ਨੇ, ਜਿੱਦਾਂ ਕਹਿ ਲਓ ਕਿ ਉਰਦੂ, ਹਿੰਦੀ ਵਗੈਰਾ ਵਗੈਰਾ। ਤਾਂ ਮਤਲਬ ਇਹ ਆ ਕਿ ਜਿਵੇਂ ਆਪਾਂ ਅੱਗੇ ਵੀ ਦੇਖਿਆ, ਵੈਸੇ ਤਾਂ ਉਹਨਾਂ ਚੀਜ਼ਾਂ ਦੀ ਕਾਫੀ ਕੰਟਰੋਵਰਸੀ ਵੀ ਹੋਈ ਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮਸਲਾ ਆਪਾਂ ਦੇਖਦੇ ਹਾਂ ਕਿ ਸਮਾਨ ਵਾਪਸ ਆਇਆ ਸੀ, ਉਹ ਕਹਿੰਦੇ ਕਿ ਉਹ ਰਿਕਾਰਡ 'ਚ ਨਹੀਂ ਆਇਆ ਤੇ ਬਹੁਤ ਦੂਰ ਤੱਕ ਜਾ ਕੇ ਉਹਨੂੰ ਵੇਚ ਦਿੱਤਾ ਗਿਆ ਵਗੈਰਾ ਵਗੈਰਾ। ਉਹ ਇਲਜ਼ਾਮ ਲੱਗਦੇ ਨੇ, ਮਾਮਲਾ ਹਾਈ ਕੋਰਟ ਦੇ ਵਿੱਚ ਆ। ਮਤਲਬ ਇਹ ਆ ਕਿ ਜਿਹੜੇ ਇਹ ਬਿਰਧ ਸਰੂਪ ਨੇ ਜਾਂ ਪੁਰਾਤਨ ਸਰੂਪ ਨੇ, ਉਹ ਹੈ ਕਿੱਥੇ, ਇੱਕ ਵੱਡਾ ਮਸਲਾ। ਹਾਲਾਂਕਿ ਇੱਕ ਉਥੋਂ ਦੀ ਲੋਕਲ ਰਿਪੋਰਟ ਦੇ ਮੁਤਾਬਕ ਇਹ ਸੀਗਾ ਕਿ ਸਰੂਪ ਜਿਹੜੇ ਆ ਗੁਰਦੁਆਰਾ ਕੋਈ ਇਮਲੀ ਸਾਹਿਬ ਆ, ਉਹਦੇ ਵਿੱਚ ਇਕੱਤਰ ਕੀਤੇ ਗਏ ਨੇ। ਤਾਂ ਫਿਰ ਕਮੇਟੀ ਨੂੰ ਚਾਹੀਦਾ ਘੱਟੋ ਘੱਟੋ ਸਾਰੀ ਪਹਿਲਾਂ ਗਿਣਤੀ ਕਰ ਲਓ, ਤਾਂ ਕਿ ਕੋਈ, ਜਿਵੇਂ ਆਪਾਂ ਅੱਗੇ ਵੇਖਿਆ ਪਾਵਨ ਸਰੂਪ ਗਾਇਬ ਹੋਣ ਦੇ ਵੀ ਇੱਕ ਵਿਵਾਦਤ ਇੱਥੇ ਬਹੁਤ ਵੱਡੇ ਸਮੇਂ ਤੋਂ ਚੱਲ ਰਹੀ ਹੈ ਨਾ, ਸਾਰੀ ਘਟਨਾਕ੍ਰਮ ਦੀ ਆਪਾਂ ਪੇਸ਼ਕਾਰੀ ਦੇਖੀ ਹੈ ਕਿ ਕਿਸ ਤਰ੍ਹਾਂ ਜਥੇਬੰਦੀਆਂ ਕਰਦੀਆਂ ਰਹਿੰਦੀਆਂ ਨੇ। ਸੋ ਇਹਨਾਂ ਚੀਜ਼ਾਂ ਤੇ ਵੀ ਤੁਹਾਨੂੰ ਨਿਗਾਹ ਰੱਖਣ ਦੀ ਜ਼ਰੂਰਤ ਆ ਕਿ ਕੁੱਲ ਕਿੰਨੇ ਸਰੂਪ ਜਿਹੜੇ ਆ ਉਹ ਉੱਥੋਂ ਚੁੱਕੇ ਗਏ ਨੇ, ਕਿੰਨੇ ਬਿਰਧ ਨੇ, ਕਿੰਨੇ ਪੁਰਾਤਨ ਨੇ, ਉਹ ਸਾਰੀ ਗਿਣਤੀ ਵੀ ਰਿਕਾਰਡ ਤੇ ਲਿਆਉਣੀ ਚਾਹੀਦੀ ਹੈ ਜੀ। ਮਿੰਟੂ ਜੀ, ਇਹ ਦੱਸਿਓ, ਇੱਕ ਜਿਹੜਾ ਮੋਹਾਲੀ ਆਰਪੀਜੀ ਮਾਮਲੇ ਦੇ ਵਿੱਚ ਜਿਹੜਾ ਦੋਸ਼ੀ ਪਹਿਲਾਂ ਕਹਿੰਦੇ ਸੀ ਨਾਬਾਲਗ ਆ, ਵੀ ਉਹਦੀ ਉਮਰ 18 ਸਾਲ ਤੋਂ ਘੱਟ ਆ, ਹੁਣ ਕਹਿੰਦੇ ਉਹਦੀ ਉਮਰ 18 ਤੋਂ ਵੱਧ ਆ, ਉਹ ਬਾਲਗ ਨਿਕਲਿਆ, ਕੀ ਵੇਰਵਾ ਜੀ? ਦੇਖੋ, ਪੁਲਿਸ ਵਾਲਿਆਂ ਨੂੰ ਸ਼ੱਕ ਪੈ ਗਿਆ ਸੀਗਾ ਕਿਉਂਕਿ ਆਪਣਾ 9th ਦਾ ਸਰਟੀਫਿਕੇਟ ਪੇਸ਼ ਕਰ ਰਿਹਾ ਸੀਗਾ ਕਿ ਮੇਰੀ ਉਮਰ ਥੋੜੀ ਆ। ਇਹ ਵੀ ਨਾ ਅੱਜ ਕੱਲ ਬੜੀ ਚਲਾਕੀ ਕਰ ਰਹੇ ਨੇ ਗੈਂਗਸਟਰ ਜਾਂ ਜਿਹੜੇ ਇਹ ਗਰੋਹ ਨੇ। ਅਸਲ 'ਚ ਕੀ ਆ ਕਿ ਇਹ ਪਿਕ ਹੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਰ ਰਹੇ ਨੇ ਜਿਹੜੇ ਕਿ 18 ਸਾਲ ਤੋਂ ਘੱਟ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਸਜ਼ਾ ਨਹੀਂ ਹੁੰਦੀ।
ਆ ਪਿੱਛੇ ਜੇ ਇਹਨਾਂ ਨੇ ਇੱਥੇ ਮੋਹਾਲੀ ਦੇ ਵਿੱਚ ਆ ਰਹੇ ਸਨ ਕਿਲਿੰਗ ਕਰਨ, ਉਹਦੇ ਵਿੱਚ ਹੁਣ ਮੈਂ ਬਹੁਤਾ ਡਿਸਕਲੋਜ਼ ਨਹੀਂ ਕਰ ਸਕਦਾ ਕਿ ਕਿਸੇ ਬੰਦੇ ਨੂੰ, ਉਹ ਵੀ ਇੰਡਸਟਰੀ ਨਾਲ ਜੁੜਿਆ ਸੀਗਾ, ਤਾਂ ਉਹਦਾ ਟਾਈਮ ਚੱਕਣ ਨੂੰ ਆ ਰਹੇ ਸੀਗੇ, ਉਹ ਫੜੇ ਜਿਹੜੇ, ਤਾਂ ਉਹਨਾਂ ਦੇ ਵਿੱਚ ਵੀ ਨਾਬਾਲਗ ਆ। ਔਰ ਕਮਾਲ ਦੀ ਗੱਲ ਇਹ ਆ ਕਿ ਇੱਕ ਨਾਬਾਲਗ ਪਹਿਲਾਂ ਇੱਕ ਕਤਲ ਕੇਸ ਦੇ ਵਿੱਚ ਜੇਲ੍ਹ ਜਾ ਚੁੱਕਾ ਵਾ, ਤਾਂ ਉਸੇ ਜੇਲ੍ਹ ਦੇ ਵਿੱਚੋਂ ਹੀ ਸਾਰਾ ਕੁਝ ਸਿੱਖ ਸਿਖਾ ਕੇ ਨਿਕਲਿਆ। ਤੇ ਇਹਦਾ ਮਤਲਬ ਇਹ ਆ ਕਿ ਬਹੁਤ ਸਾਰੇ ਨਾਬਾਲਗ ਆਪਾਂ ਦੇਖਿਆ ਨਾ ਕਿ ਆ ਜਿਹੜਾ ਮਾਮਲਾ ਸੀਗਾ ਦੂਸਰਾ RPG ਵਾਲਾ ਜਿਹੜਾ ਸਰਹਾਲੀ ਹੋਇਆ ਸੀਗਾ ਜੀ, ਉਹਦੇ ਚ ਕੀ ਸੀ, ਉਹਦੇ ਵਿੱਚ ਵੀ ਬਹੁਤ ਸਾਰੇ ਨਾਬਾਲਗ ਸਨ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਨਵਾਂ ਪੈਂਤੜਾ ਹੈ, ਗਰੋਹਬਾਜ਼ੀ ਦੀ ਦੁਨੀਆ ਦੇ ਵਿੱਚ ਇੱਕ ਨਵਾਂ ਪੈਂਤੜਾ ਹੈ। ਤਾਂ ਇਹਨੇ ਪਰ ਕੀ ਕੀਤਾ, ਇਹਨੇ ਆਪਣੇ ਆਪ ਦੀ ਉਮਰ ਲੁਕਾਈ। ਹਾਲਾਂਕਿ ਪੁਲਿਸ ਨੂੰ ਸ਼ੱਕ ਪੈ ਗਿਆ ਸੀਗਾ, ਫਿਰ ਉਹਨਾਂ ਨੇ ਇੱਕ ਅਰਜ਼ੀ ਦਿੱਤੀ ਕੋਰਟ ਦੇ ਵਿੱਚ ਕਿ ਸਾਨੂੰ ਇੱਕ ਟੈਸਟ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਉਮਰ ਦਾ ਪਤਾ ਲਾਇਆ ਜਾਵੇ। ਹੁਣ ਦੇਖੋ ਉਮਰ ਪਤਾ ਲੱਗ ਜਾਂਦੀ ਹੈ ਨਾ, ਪੁਰਾਣੇ ਸਮੇਂ 'ਚ ਜਦੋਂ ਸਕੂਲਾਂ ਦੇ ਕੰਪੀਟੀਸ਼ਨ ਹੁੰਦੇ ਸੀ, ਮਾਹਰ ਮਾਸਟਰ ਦੰਦ ਗਿਣ ਕੇ ਦੱਸ ਦਿੰਦੇ ਸੀ ਕਿ ਤੁਹਾਡਾ ਮੁੰਡਾ ਵੱਡੀ ਉਮਰ ਦਾ ਬਾਹਰ ਕਿ ਪੁਲਿਸ ਵਾਲੇ ਵੀ ਫਿਰ ਤੁਹਾਨੂੰ ਪਤਾ ਮਾਸਟਰਾਂ ਤੋਂ ਘੱਟ ਨਹੀਂ ਹੁੰਦੇ। ਸੋ ਇਹਨਾਂ ਨੂੰ ਜਦੋਂ ਪਤਾ ਲੱਗਿਆ, ਫਿਰ ਕੋਰਟ ਤੋਂ ਇਹਨਾਂ ਨੇ ਪਰਮਿਸ਼ਨ ਲੈ ਕੇ PGI ਤੋਂ ਇੱਕ ਜਿਹੜਾ ਮੈਡੀਕਲ ਟੈਸਟ ਹੁੰਦਾ ਹੈ ਉਮਰ ਦਾ, ਉਹ ਸਾਰਾ ਕਰਵਾਇਆ, ਜਿਹਦੇ 'ਚ ਹੁਣ ਇਹਨੂੰ ਬਾਲਗ ਹੀ ਮੰਨਿਆ ਜਾਏਗਾ। ਤੇ ਕਮਾਲ ਦੀ ਗੱਲ ਇਹ ਆ ਕਿ ਇਹਦੇ ਤੇ 2 ਮਰਡਰ ਕੇਸ ਨੇ, ਇਸ ਬੰਦੇ ਤੇ ਵੀ ਜਿਹੜਾ ਆਪਣੇ ਆਪ ਨੂੰ ਜੁਵੇਲਾਈਨ ਦੱਸ ਰਿਹਾ ਸੀ, ਇਹਦੇ ਤੇ ਵੀ 2 ਮਰਡਰ ਕੇਸ ਨੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਹੁਣ ਗਰੋਹਬਾਜ਼ੀ ਦੇ ਵਿੱਚ ਇੱਕ ਨਵਾਂ ਪੈਂਤੜਾ ਅਖਤਿਆਰ ਕੀਤਾ ਜਾ ਰਿਹਾ ਕਿ ਨਾਬਾਲਗਾਂ ਨੂੰ ਵੱਧ ਤੋਂ ਵੱਧ ਚੁੱਕਿਆ ਜਾਂਦਾ ਤਾਂ ਕਿ ਜੇ ਉਹ ਫੜੇ ਵੀ ਜਾਣ, ਇੱਕ ਤਾਂ ਕੁੱਟਮਾਰ ਤੋਂ ਬਚ ਜਾਣ, ਦੂਸਰਾ ਕਰੜੀ ਸਜ਼ਾ ਤੋਂ ਵੀ ਬਚ ਜਾਣ। ਜੀ ਮਿੰਟੂ ਜੀ, ਪਾਵਰਕੌਮ ਬਾਰੇ ਦੱਸਿਓ। ਪਾਵਰਕੌਮ ਦਾ ਕਹਿੰਦੇ ਹੁਣ ਪੂਰੀ ਤਰ੍ਹਾਂ ਧੂੰਆਂ ਨਿਕਲ ਗਿਆ, ਇਹਦੇ ਬਾਰੇ ਹੋਰ ਕੁਝ ਵੇਰਵੇ ਸਾਹਮਣੇ ਆਏ ਨੇ, ਕੀ ਇਹਦੇ ਬਾਰੇ ਹੋਰ ਨਵੀਂ ਜਾਣਕਾਰੀ ਹੈ ਜੀ? ਦੇਖੋ, ਪਾਵਰਕੌਮ ਗੰਭੀਰ ਆਰਥਿਕ ਸੰਕਟ ਦੇ ਵਿੱਚ ਫਸੇਗਾ। ਇਸ ਦੀ ਸੰਭਾਵਨਾ ਜਿਹੜੀ ਉਹ ਪ੍ਰਬਲ ਸੀਗੀ, ਬੜੀ ਪ੍ਰਤੱਖ ਸੀਗੀ ਕਿ ਇੱਕ ਦਿਨ ਇਹਦੇ ਫਿਊਜ਼ ਉੱਡਣੇ ਹੀ ਉੱਡਣੇ ਆ। ਤਾਂ ਬਹਰਹਾਲ ਇੰਨੀ ਛੇਤੀ ਖਲਾਰਾ ਪੈ ਜਾਊਗਾ ਕਿਸੇ ਨੇ ਸੋਚਿਆ ਨਹੀਂ ਸੀਗਾ। ਸੋ ਹੁਣ ਕੀ ਹੋ ਰਿਹਾ ਹੈ ਕਿ ਜਨਤਕ ਸੁਣਵਾਈ ਹੋਈ ਹੈ, ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ, ਮੈਂਬਰ, ਸਕੱਤਰ ਸਾਰੇ ਬੋਲੇ ਉੱਥੇ, ਆਪਣੀ ਇਹਨਾਂ ਨੇ ਮਜਬੂਰੀ ਦੱਸੀ ਹੈ ਕਿ ਸਾਡੀਆਂ ਬੜੀਆਂ ਮਜਬੂਰੀਆਂ ਨੇ ਹਜ਼ੂਰ, ਸਾਡੀ ਗੱਲ ਮੰਨ ਲਓ। ਕਿਹਨਾਂ ਨੂੰ ਕਹਿ ਰਹੇ ਸਨ? ਉਦਯੋਗਪਤੀਆਂ ਨੂੰ, ਉਦਯੋਗਿਕ ਐਸੋਸੀਏਸ਼ਨਾਂ ਨੂੰ ਕਹਿ ਰਹੇ ਸਨ ਕਿ ਆਪਾਂ ਨੂੰ ਰੇਟ ਵਧਾਉਣੇ ਪੈਣਗੇ ਹਜ਼ੂਰ, ਨਹੀਂ ਤਾਂ ਮਾਮਲਾ ਗੜਬੜ ਹੈ, ਬਿਲਕੁਲ ਗੜਬੜਿਆ। ਨਾਲ ਫਿਰ ਉਹਨਾਂ ਨੇ ਸਾਰੇ ਆਪਣੇ ਖਰਚੇ ਦੱਸੇ ਕਿ ਵੇਖੋ ਜੀ 2023-24 ਦੇ ਵਿੱਚ ਸਾਡੇ ਜਿਹੜੇ ਖਰਚੇ ਆ ਬਹੁਤ ਜ਼ਿਆਦੇ ਆ, 42,753 ਕਰੋੜ। ਇਹ ਇੱਕ ਅੰਦਾਜ਼ਾ ਹੁੰਦਾ ਜਿਹੜਾ ਅਗਾਊ ਲਾਇਆ ਜਾਂਦਾ, ਬੜਾ ਸਟੀਕ ਹੁੰਦਾ ਇਹਨਾਂ ਦਾ ਅੰਦਾਜ਼ਾ ਜੀ। ਤੇ ਇਹਨਾਂ ਨੇ ਜਿਹੜਾ 42,753 ਕਰੋੜ ਦਾ ਅੰਦਾਜ਼ਾ ਲਾਇਆ, ਕਹਿੰਦੇ ਕਿ ਇਹਦੇ ਮੁਕਾਬਲੇ ਸਾਡੀ ਜਿਹੜੀ ਆਮਦਨ ਸਾਰੇ ਵਸੀਲਿਆਂ ਤੋਂ ਸਮੇਤ ਸਬਸਿਡੀ ਜਿਹੜੀ ਸਰਕਾਰ ਨੇ ਦੇਣੀ ਹੈ ਉਹ ਹੋਏਗੀ 38,604 ਕਰੋੜ, ਤਾਂ ਜਿਸ ਦੇ ਨਾਲ ਸਾਡਾ ਤੇ ਬਹੁਤ ਵੱਡਾ ਨੁਕਸਾਨ ਹੈ ਸਿੱਧਾ 4149 ਕਰੋੜ ਦਾ। ਹੁਣ ਇਸ ਖੱਪੇ ਨੂੰ ਕਿਵੇਂ ਪੂਰਾ ਕੀਤਾ ਜਾਏਗਾ ਜੀ? ਸੋ ਕਹਿੰਦੇ ਕਿ ਆਪਾਂ ਥੋੜਾ ਜਿਹਾ ਰੇਟ ਵਧਾ ਲਈਏ। ਉਦਯੋਗਪਤੀ ਮੰਨੇ ਨਹੀਂ ਹਾਲ ਦੀ ਘੜੀ। ਸੋ ਰੈਗੂਲੇਟਰੀ ਨੇ ਜਿਹੜੀ ਇਹ ਬੈਠਕ ਕੀਤੀ ਆ ਉਦਯੋਗਪਤੀਆਂ ਦੇ ਨਾਲ, ਅਪੀਲ ਕੀਤੀ ਆ ਕਿ ਆਪਾਂ ਵਧਾਈਏ ਨਹੀਂ ਤਾਂ ਮਾਂਝੇ ਜਾਵਾਂਗੇ। ਸਾਫ਼ ਆ ਕਿ ਜਿਹੜੀਆਂ ਗੱਲਾਂ ਸਾਡੇ ਵਰਗੇ ਪਿਛਲੇ ਦਿਨਾਂ 'ਚ ਕਰਦੇ ਸਨ ਕਿ ਇਸ ਤਰ੍ਹਾਂ ਦੀਆਂ ਸਹੂਲਤਾਂ ਜਦੋਂ ਤੁਸੀਂ ਦਈ ਚੱਲੋਗੇ ਤਾਂ ਇੱਕ ਦਿਨ ਪਾਵਰਕੌਮ ਦੇ ਫਿਊਜ਼ ਉੱਡਣੇ ਹੀ ਉੱਡਣੇ ਆ। ਹੁਣ ਜੇ ਦਰਾਂ ਨਹੀਂ ਵਧਾਈਆਂ ਜਾਂਦੀਆਂ ਤਾਂ ਫਿਰ ਇਹ ਜਿਹੜਾ 4-5 ਹਜ਼ਾਰ ਕਰੋੜ ਦਾ ਖੱਪਾ ਹੈ ਉਹ ਫਿਰ ਤੁਹਾਨੂੰ ਬੋਰੋ ਕਰਨਾ ਪਵੇਗਾ। ਬੋਰੋ ਕਰਨ ਵਾਸਤੇ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਜਾਂ ਤਾਂ ਬੌਂਡ ਵਗੈਰਾ ਪਏ ਹੋਣ, ਤੁਹਾਡੇ ਕੋਲ ਪ੍ਰਾਪਰਟੀਆਂ ਪਈਆਂ ਹੋਣ। ਉਹ ਤਾਂ ਸਾਰਾ ਕੁਝ ਪਹਿਲਾਂ ਹੀ ਚੱਕੀ ਬੈਠੇ ਨੇ ਬਾਜ਼ਾਰ ਦੇ ਵਿੱਚੋਂ ਜੀ। ਤਾਂ ਹੁਣ ਗਹਿਣੇ ਕੀ ਕਰਨਾ ਹੈ? ਬਠਿੰਡੇ ਵਾਲਾ ਥਰਮਲ ਪਲਾਂਟ ਹੈਗਾ, ਵੇਚ ਵੂਚ ਕੇ ਥੋੜਾ ਚਿਰ ਕੋਈ ਮਹੀਨਾ 2 ਮਹੀਨੇ ਟੱਪਦੇ ਤੋਂ ਟਪਾ ਲਓ, ਤਾਂ ਕਿੰਨਾ ਕੁ ਚਿਰ ਟਪਾਉਂਗੇ? ਸੋ ਇਹ ਸਾਫ਼ ਆ, ਸਪਸ਼ਟ ਆ ਕਿ ਪਾਵਰਕੌਮ ਦੀਆਂ ਚੂੜਾਂ ਹਿੱਲੀਆਂ ਪਈਆਂ। ਜੇ ਨਾ ਸੰਭਾਲਿਆ ਗਿਆ ਮਾਮਲਾ ਤੇ ਇਹ ਮਾਮਲਾ ਜਿਹੜਾ ਉਹ ਫਿਰ ਹੌਲੀ ਕਹਿ ਲਓ ਕਿ ਜਾ ਪਏਗਾ ਧੌਣ ਪਰਨੇ, ਜਿਵੇਂ ਉਹ ਕੁੱਕੜ ਨਹੀਂ ਕਈ ਵਾਰ ਧੌਣ ਟੁੱਟੀ ਤੋਂ ਡਿੱਗ ਪੈਂਦਾ ਹੁੰਦਾ ਇੱਕ ਸਾਈਡ ਨੂੰ, ਏਦਾਂ ਡਿੱਗ ਪਏਗਾ। ਮਿੰਟੂ ਜੀ, ਇਹ ਦੱਸਿਓ, ਭਾਰਤੀ ਕਾਨੂੰਨ ਮੰਤਰੀ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਉਸ ਚਿੱਠੀ ਨੇ ਬੜਾ ਹੀ ਤਰਥੱਲੀ ਮਚਾਤੀ। ਕੀ ਲਿਖਿਆ ਜੀ ਐਸਾ ਚਿੱਠੀ 'ਚ?
ਦੇਖੋ ਕਿਰਨ ਰਿਜੀਜੂ ਜਿਹੜੇ ਕਾਨੂੰਨ ਮੰਤਰੀ ਆ ਉਹਨਾਂ ਦੀ ਚਿੱਠੀ ਦਾ ਭਾਵ ਅਰਥ ਇਹੋ ਹੀ ਨਿਕਲਦਾ ਹੈ ਕਿ ਬਈ ਤੁਸੀਂ ਇਦਾਂ ਕਰੋ ਕਿ ਜੋ ਕੋਲੀਜੀਅਮ ਸਿਸਟਮ ਹੈ, ਕੋਲੀਜੀਅਮ ਸਿਸਟਮ ਕੀ ਹੈ ਜੇ ਆਪਾਂ ਇਨ ਸ਼ਾਰਟ ਇਹਨੂੰ ਸਮਝਣਾ ਹੋਵੇ ਕਿ 5 ਜੱਜਾਂ ਦੀ ਇੱਕ ਤਰ੍ਹਾਂ ਨਾਲ ਪੈਨਲ ਜਿਹਦੀ ਇਹ ਪਾਵਰ ਹੈ ਕਿ ਉਹ ਜੱਜਾਂ ਦੀ ਨਿਯੁਕਤੀ ਕਰਨ ਵਾਸਤੇ ਲਿਸਟ ਭੇਜਦਾ ਬਣਾ ਕੇ, ਤੇ ਜਿਹੜੀ ਕੇਂਦਰ ਸਰਕਾਰ ਹੈ ਉਹਨੂੰ ਅਪਰੂਵ ਕਰ ਸਕਦੀ ਹੈ। ਜੇ ਉਹ ਇਤਰਾਜ਼ ਲਾਉਂਦੀ ਹੈ ਤਾਂ ਦੁਬਾਰਾ ਜਦੋਂ ਇਹਨੂੰ ਭੇਜਿਆ ਜਾਵੇਗਾ ਇਸ ਲਿਸਟ ਨੂੰ, ਫਿਰ ਕੇਂਦਰ ਸਰਕਾਰ ਕਤਈ ਵੀ ਉਹਦੇ ਤੇ ਇਤਰਾਜ਼ ਨਹੀਂ ਲਾ ਸਕਦੀ, ਰੋਕ ਨਹੀਂ ਸਕਦੀ। ਮਤਲਬ ਕਿ ਉਸ ਸਿਸਟਮ ਦੇ ਵਿੱਚ ਜੋ ਫੈਸਲਾ ਆ ਗਿਆ ਉਹ ਅੰਤਮ ਹੈ। ਤਾਂ ਇਹ ਕੋਲੀਜੀਅਮ ਸਿਸਟਮ ਹੈ। ਇਹ ਕਹਿੰਦੇ ਆ ਕਿ ਕੋਲੀਜੀਅਮ ਸਿਸਟਮ ਜਿਹੜਾ ਆ ਉਹ ਭਾਈ ਭਤੀਜਾਵਾਦ ਰੱਖਦਾ ਆ, ਉਹਦੇ ਤੇ ਕਈ ਕਿਸਮ ਦੇ ਦੋਸ਼ ਲੱਗਦੇ ਆ, ਸੋ ਲਿਹਾਜ਼ਾ ਇਹਦੇ 'ਚ ਸੁਧਾਰ ਹੋਣੇ ਚਾਹੀਦੇ ਆ। ਤੁਹਾਨੂੰ ਯਾਦ ਹੋਏਗਾ, ਸ਼ਾਇਦ ਤੁਸੀਂ ਕਿਤੇ ਸੁਣਿਆ ਹੋਏਗਾ, ਇਹਨਾਂ ਨੇ ਨੈਸ਼ਨਲ ਜੁਡੀਸ਼ਰੀ ਅਪੁਆਇੰਟਮੈਂਟ ਕਮਿਸ਼ਨ ਲਿਆਉਣ ਦਾ ਵੀ ਫੈਸਲਾ ਕੀਤਾ ਸੀਗਾ, ਜਿਹਨੂੰ ਸੁਪਰੀਮ ਕੋਰਟ ਨੇ 2015 ਚ ਰੱਦ ਕਰ ਦਿੱਤਾ ਸੀਗਾ। ਸੋ ਲਿਹਾਜ਼ਾ ਹੁਣ ਇਹ ਚਰਚਾ ਦੁਬਾਰਾ ਛਿੜੀ ਹੈ। ਦੁਬਾਰਾ ਇਸ ਕਰਕੇ ਛਿੜੀ ਹੈ ਕਿਉਂਕਿ ਇਹ ਕਹਿੰਦੇ ਆ ਕਿ ਕੋਲੀਜੀਅਮ ਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਆ ਗਈਆਂ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਦੱਸੋ ਫਿਰ ਇਹਨਾਂ ਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ ਹੈ। ਸੋ ਲਿਹਾਜ਼ਾ ਉਹ ਕਹਿੰਦੇ ਕਿ ਲਓ ਅਸੀਂ ਇਹਦਾ ਹੱਲ ਦੇ ਦਿੱਤਾ ਇਸ ਚਿੱਠੀ ਦੇ ਰਾਹੀਂ। ਅਸੀਂ ਤੁਹਾਨੂੰ ਕਹਿੰਦੇ ਆ ਕਿ ਸਾਡਾ ਵੀ ਇੱਕ ਨੁਮਾਇੰਦਾ ਸ਼ਾਮਲ ਕਰ ਲਓ ਕੋਲੀਜੀਅਮ ਦੇ ਵਿੱਚ। ਤਾਂ ਇਸ ਚੀਜ਼ ਤੇ ਲੈ ਕੇ ਕਾਫੀ ਹੁਣ ਇਤਰਾਜ਼ ਹੋ ਰਹੇ ਆ। ਇੱਥੋਂ ਤੱਕ ਕਿਹਾ ਜਾ ਰਿਹਾ ਵਿਰੋਧੀਆਂ ਪਾਰਟੀਆਂ ਵੱਲੋਂ ਕਿ ਬਈ ਇਹ ਮਸਲਾ ਜਿਹੜਾ ਹੈ ਉਹ ਅਸਲ ਦੇ ਵਿੱਚ ਨਿਆਂ ਪ੍ਰਬੰਧ ਤੇ ਪੂਰੀ ਤਰ੍ਹਾਂ ਗਲਬਾ ਪਾਉਣ ਦੀ ਸ਼ੁਰੂਆਤ ਹੈ ਜੀ। ਤੇ ਮਿੰਟੂ ਜੀ, ਗੂਗਲ ਦਾ ਵੀ ਇੱਥੇ ਪੇਚਾ ਪਿਆ ਹੋਇਆ, ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ। ਗੂਗਲ ਨੂੰ ਕਿਹੜੀ ਕੰਟਰੋਵਰਸੀ 'ਚ ਫਸ ਗਏ, ਕਈ ਮੁਕੱਦਮੇਬਾਜ਼ੀ ਹੋਈ ਇਹ? ਹਾਂਜੀ, ਗੂਗਲ ਨੂੰ 1300 ਕਰੋੜ ਰੁਪਏ ਦਾ ਜੁਰਮਾਨਾ ਹੋਇਆ। ਜੁਰਮਾਨਾ ਇਸ ਕਰਕੇ ਹੋਇਆ ਕਿਉਂਕਿ ਇੱਥੇ ਜੋ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਹੈ ਉਹਨੇ ਪਾਇਆ ਕਿ ਤੁਸੀਂ ਐਂਡਰੋਇਡ ਸਿਸਟਮ ਜੋ ਦਿੰਦੇ ਹੋ ਉਹਦੇ ਵਿੱਚ ਤੁਹਾਡੀਆਂ ਜਿਹੜੀਆਂ ਐਪਲੀਕੇਸ਼ਨਸ ਹੁੰਦੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਦੂਸਰੇ ਨੂੰ ਤੁਸੀਂ ਮੌਕਾ ਨਹੀਂ ਦਿੰਦੇ। ਮਤਲਬ ਕਿ ਇੱਕ ਨਿਰਪੱਖ ਮੁਕਾਬਲੇਬਾਜ਼ੀ ਰਹੇ, ਇਸੇ ਵਾਸਤੇ ਹੀ ਇੱਕ ਕਮਿਸ਼ਨ ਦਾ ਗਠਨ ਕੀਤਾ ਗਿਆ ਇੰਡੀਆ 'ਚ। ਤਾਂ ਉਹਨੇ ਪਾਇਆ ਕਿ ਤੁਸੀਂ ਇਹ ਸਾਰਾ ਜਿਹੜਾ ਤੁਹਾਡਾ ਸਿਸਟਮ ਆ ਕਿ ਬਾਈ ਉਹਦੇ ਵਿੱਚ ਦੂਜਿਆਂ ਨੂੰ ਕੋਈ ਮੌਕਾ ਨਹੀਂ ਦਿੰਦੇ, ਤੁਸੀਂ ਇੱਕ ਜਾਇਜ਼ ਕੰਪੀਟੀਸ਼ਨ ਨਹੀਂ ਲੜ ਰਹੇ। ਕਿਉਂਕਿ ਐਂਡਰੋਇਡ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ, ਜਦੋਂ ਆਪਰੇਟਿੰਗ ਸਿਸਟਮ ਇਹਨਾਂ ਦਾ। ਹੁਣ ਕੋਈ ਕੰਪਨੀ ਕਹੇਗੀ ਕਿ ਆਪਾਂ ਤੁਹਾਡਾ ਸਿਸਟਮ ਲੈਣਾ, ਇਹ ਕਹਿਣਗੇ ਲੈ ਲਓ ਜ਼ਰੂਰ, ਕੋਈ ਗੱਲ ਨਹੀਂ, ਤੁਸੀਂ ਟੈਲੀਫੋਨ ਬਣਾਉਣਾ, ਕੋਈ ਚੱਕਰ ਹੀ ਨਹੀਂ ਹੈਗਾ, ਆਪਾਂ ਕਾਹਦੇ ਵਾਸਤੇ ਬੈਠੇ ਆ। ਪਰ ਸ਼ਰਤ ਇਹ ਆ ਕਿ ਐਪਲੀਕੇਸ਼ਨਾਂ ਆਹ ਹੋਣਗੀਆਂ, ਪ੍ਰੀ ਅਪਲੋਡ ਹੋਣਗੀਆਂ, ਉਹ ਤਾਂ ਉਹ ਤੁਸੀਂ ਹਟਾ ਨਹੀਂ ਸਕਦੇ। ਤਾਂ ਫਿਰ ਸਰਚਿੰਗ ਦੇ ਵਿੱਚ ਵੀ ਤਾਂ ਗੂਗਲ ਦੀਆਂ ਜਿਹੜੀਆਂ ਆਪਣੀਆਂ ਐਪਲੀਕੇਸ਼ਨਸ ਨੇ ਉਹ ਤੁਹਾਨੂੰ ਮਿਲਣਗੀਆਂ, ਸਰਚ ਇੰਜਨ ਇਹਨਾਂ ਦਾ ਮਿਲਣਗੇ। ਇਹ ਇਤਰਾਜ਼ ਸੀਗਾ। ਫਿਰ ਦੂਜੀ ਗੱਲ ਇਹ ਕਹਿੰਦੇ ਕਿ ਦੇਖੋ ਜੇ ਅਸੀਂ ਕਿਸੇ ਨੂੰ ਇਸ ਤਰ੍ਹਾਂ ਅਲਾਓ ਕਰ ਦਿੰਦੇ ਆ ਤਾਂ ਉਹਦੇ 'ਚ ਕੀ ਹੈ ਕਿ ਇੱਕ ਤੇ ਇਹ ਕਿ ਸਾਡੇ ਸਿਸਟਮ ਤੇ ਉਹਨਾਂ ਦਾ ਆ ਕੇ ਵੀ ਬਗਾਨੀ ਸ਼ਾਦੀ में अब्दुल्ला दीवाना ਉਹ ਵਾਲਾ ਹਿਸਾਬ ਕਿਤਾਬ ਹੋ ਜਾਏਗਾ। ਤੇ ਦੂਜੀ ਚੀਜ਼ ਇਹ ਹੈ ਕਿ ਭਾਈ ਜੋ ਸਿਕਿਉਰਿਟੀ ਅਸੀਂ ਦਿੰਨੇ ਆ, ਜੋ ਸਿਕਿਉਰਿਟੀ ਅਸੀਂ ਆਪਣੇ ਸਿਸਟਮ ਰਾਹੀਂ ਜਾਂ ਐਪਲੀਕੇਸ਼ਨਸ ਰਾਹੀਂ ਦਿੰਨੇ ਆ, ਉਹ ਜੋ ਥਰਡ ਪਾਰਟੀ ਆ ਗਈ ਅਸੀਂ ਉਹਦੀ ਗਾਰੰਟੀ ਕੀ ਚੱਕਾਂਗੇ ਬਾਈ। ਜੀ। ਇਸ ਕਰਕੇ ਇਹ ਸੁਣਵਾਈ ਚੱਲ ਰਹੀ ਹੈ, ਇੱਕ ਅੱਧ ਦਿਨ ਤੱਕ ਹੋਰ ਸੁਣਵਾਈ ਹੋਏਗੀ। ਬਹੁਤ ਅਹਿਮ ਮਸਲਾ ਬਣਿਆ ਪਿਆ ਕਿਉਂਕਿ ਇਹਨਾਂ ਨੇ ਸਿੱਧੇ ਤੌਰ ਤੇ ਵਾਰਨਿੰਗ ਦੇ ਦਿੱਤੀ ਹੈ ਗੂਗਲ ਵਾਲਿਆਂ ਨੇ ਕਿ ਫਿਰ ਨਹੀਂ ਤਾਂ ਬਾਈ ਅਸੀਂ ਆਪਣਾ ਆਪਰੇਟਿੰਗ ਸਿਸਟਮ ਕਰ ਦਿਆਂਗੇ ਬੰਦ, ਤੁਹਾਡੇ ਐਂਡਰੋਇਡ ਫੋਨ ਬਹੁਤ ਮਹਿੰਗੇ ਹੋ ਜਾਣਗੇ ਉਰੇ। ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ? ਖੁਸ਼ਨੁਮਾ ਖਬਰ ਅੱਜ ਦੀ ਇੱਕ ਤੇ ਇਹ ਆ ਕਿ ਕੈਨੇਡਾ ਚੋਂ ਕੋਈ ਮੁੰਡਾ ਆਇਆ, ਹੁਣੇ ਤਸਵੀਰ ਵਾਇਰਲ ਹੋਈ ਸੀ, ਉਹਨੇ ਬੜਾ ਸਾਦਾ ਵਿਆਹ ਕੀਤਾ। ਮਰੂਤੀ, ਬਾਪੂ ਦੀ ਮਰੂਤੀ ਜੀ, ਉਹ ਇੱਕ ਫਿਲਮ ਦਾ ਨਾਮ ਵੀ ਸ਼ਾਇਦ ਇਹੋ ਜਿਹਾ ਸੀ, ਕਾਰ ਤੇ ਰਿਬਨਾਂ ਵਾਲੀ ਕਾਰ ਕਹਿ ਲੋ ਕਿ ਜੀ। ਤਾਂ ਇਹਨਾਂ ਦੀ ਰੀਵਨਾਂ ਵਾਲੀ ਜਿਹੜੀ ਕਾਰ ਹੈ ਉਹ ਮਰੂਤੀ ਆ। ਪਿਤਾ ਜੀ ਵਾਲੀ ਕਹਿੰਦੇ ਸਾਦੇ ਢੰਗ ਨਾਲ ਵਿਆਹ ਕਰਨਾ। ਦੇਖੋ ਆਮ ਤੌਰ ਤੇ ਐਨਆਰਆਈਜ਼ ਤੇ ਇਹ ਚੀਜ਼ ਤੇ ਲੱਗਦੀ ਆ ਨਾ ਕਿ ਵੱਡੇ ਵੱਡੇ ਪੰਡਾਲ ਬਣਾਉਣੇ, ਵੱਡੇ ਆ ਕੇ ਇੱਥੇ ਮੈਰਿਜ ਪੈਲਸ ਕਰਨੇ। ਸਾਨੂੰ ਐਨਆਰਆਈਜ਼ ਨੇ ਸਿਖਾਇਆ ਬਾਈ, ਉਹ ਸਿਖਾਇਆ ਹੈ। ਤਾਂ ਹੁਣ ਉਹ ਉਜਾੜਾ ਕਰ ਲਿਆ ਤਾਂ ਘੱਟੋ ਘੱਟ ਇਹੋ ਜਿਹੇ ਮੁੰਡੇ ਤੋਂ ਹੀ ਸਿੱਖ ਲਓ ਕਿ ਜਿਹੜਾ ਉਧਰੋਂ ਡਾਲਰ ਕਮਾ ਕੇ ਗਿਆ ਤੇ ਇੱਥੇ ਮਰੂਤੀ ਤੇ ਵਿਆਹ ਕੇ ਲਿਆਇਆ। ਤਾਂ ਤੁਹਾਡੇ ਕੋਲ ਤੇ ਹੋਰ ਵਧੀਆ ਗੱਡੀਆਂ ਹੈਗੀਆਂ। ਇੱਥੇ ਤੇ ਕਈ ਵਾਰ ਦੇਖਦੇ ਹੈਲੀਕਾਪਟਰ ਤੇ ਹੀ ਚਲੇ ਜਾਂਦੇ ਆ ਦੁਲੇ ਰਾਜਾ, ਕਹਿੰਦੇ ਦੁਲਹਨ ਲੈ ਕੇ ਆਉਣੀ ਸੁਪਨਾ। ਸੋ ਖੈਰ ਸਾਦਾ ਵਿਆਹ ਕਰਨਾ ਚਾਹੀਦਾ। ਔਰ ਬਹੁਤ ਸਾਰੇ ਮੁੰਡੇ ਕੁੜੀਆਂ ਅੱਜ ਕੱਲ ਕਰ ਵੀ ਰਹੇ ਨੇ ਵਿਜੇ ਜੀ, ਔਰ ਬੜੀਆਂ ਫਿਰਤਾਂ ਪੈ ਰਹੀਆਂ ਨੇ। ਕੁਛ ਤਾਂ ਕਿਤਾਬਾਂ ਵੰਡ ਰਹੇ ਨੇ ਵਿਆਹ ਤੇ, ਕਈ ਇਸ ਤਰ੍ਹਾਂ ਦੇ ਮੁੰਡੇ ਕੁੜੀਆਂ ਪੰਜਾਬ 'ਚ ਮਿਲ ਜਾਣਗੇ ਜਿਹੜੇ ਸ਼ਾਦੀ ਦੇ ਵੇਲੇ ਲਹੂ ਦਾਨ ਕਰਦੇ ਆ। ਸੋ ਕਈ ਫਿਰਤਾਂ ਚੰਗੀਆਂ ਪੈ ਰਹੀਆਂ। ਅਸੀਂ ਕਹਿੰਦੇ ਕਿ ਚੰਗਾ ਕੁਛ ਨਹੀਂ ਹੋ ਰਿਹਾ ਉਰੇ, ਬਹੁਤ ਕੁਛ ਚੰਗਾ ਹੋ ਰਿਹਾ ਹੈ ਜੀ।